ਆਪਣੇ ਆਪ ਮਤਾ ਪਾਸ ਕਰਕੇ ਉਹ ਕਿਹਾ ਕਿ ਜੀ ਅਸੀਂ ਆਹ ਜ਼ਮੀਨ ਜਿਹਦੇ ਵਿੱਚ ਨਾਨਕ ਨਗਰੀ ਦਾ ਸ਼ਹਿਰ ਸੀ, ਇਹ ਆਹ ਜ਼ਮੀਨ ਅਸੀਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੂੰ ਦਿੰਦੇ ਹਾਂ। ਸੋ ਇਹਦੇ ਵਿੱਚ ਗ੍ਰਾਮ ਪੰਚਾਇਤ ਨਾਨਕ ਨਗਰੀ ਦਾ ਤਾਂ ਕੋਈ ਫਾਇਦਾ ਨਹੀਂ ਹੋਇਆ। ਉਹਨਾਂ ਨੂੰ ਤਾਂ ਪਤਾ ਵੀ ਨਹੀਂ ਸੀ ਕਿ ਸਾਡੀ ਜਿਹੜੀ ਕੋਈ ਜ਼ਮੀਨ ਹੈ, ਸਾਡਾ ਜਿਹੜੇ ਕੋਈ 39% ਸ਼ੇਅਰ ਵਾਲੀ ਜ਼ਮੀਨ ਹੈ, ਉਹ ਕੱਲ ਨੂੰ ਕਿਸੇ ਹੋਰ ਨੂੰ ਆਪਾਂ ਦੇਣ ਜਾ ਰਹੇ ਹਾਂ। ਜਿਹੜੀ ਜ਼ਮੀਨ ਨਾਨਕ ਨਗਰੀ ਦੀ ਜਿਹਦੇ ਵਿੱਚ ਨਾਨਕ ਨਗਰੀ ਦਾ ਹਿੱਸਾ ਸੀ, ਉਹ ਸੀ ਨੈਸ਼ਨਲ ਹਾਈਵੇ ਦੇ ਉੱਤੇ। ਬਿਲਕੁਲ ਤੁਸੀਂ ਸਾਰਿਆਂ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇਖੀ ਹੋਈ ਹੈ। ਜੇ ਆਪਾਂ ਜਾਂਦੇ ਹਾਂ ਨੈਸ਼ਨਲ ਹਾਈਵੇ ਦੇ ਬਿਲਕੁਲ ਕੰਢੇ ਤੇ, ਉਹ ਤੁਸੀਂ ਕਹਿ ਸਕਦੇ ਹੋ ਕਿ 600 ਏਕੜ ਦੀ ਮਸ਼ਹੂਰੀ ਕਰਦੇ ਹੁੰਦੇ ਸੀ ਕਿ ਅਸੀਂ ਉਹ ਜ਼ਮੀਨ ਉਸ ਕੈਂਪਸ ਦੇ ਅੰਦਰ ਆਉਂਦੀ ਸੀ। ਤੇ ਜਿਹੜੀ ਜ਼ਮੀਨ ਇਹਨਾਂ ਨੂੰ ਤਬਾਦਲੇ ਵਿੱਚ ਦਿੱਤੀ, ਉਹ ਹਾਈਵੇ ਟੱਪ ਕੇ 5-6 ਕਿਲੋਮੀਟਰ ਅੰਦਰ ਜਾ ਕੇ ਡਰੇਨ ਬਈਨ ਦੇ ਨਾਲ 100 ਕਨਾਲ ਜ਼ਮੀਨ ਉਹਨਾਂ ਨੂੰ ਦੇਤੀ। ਸੋ ਆਈ ਐਸਟੀਮੇਟ ਕਿ ਕਰੀਬਨ 100 ਕਰੋੜ ਦੀ ਜ਼ਮੀਨ ਦਾ ਤਬਾਦਲਾ ਇਹਨਾਂ ਨੇ 2 ਕਰੋੜ ਦੀ ਜ਼ਮੀਨ ਦੇ ਨਾਲ ਕੀਤਾ। ਜਦ ਇਹ ਗੱਲ ਨਾਨਕ ਨਗਰੀ ਨੂੰ ਪਤਾ ਚੱਲੀ ਤਾਂ ਵਾਜਿਬ ਜੀ ਗੱਲ ਹੈ, ਉਹ ਹਾਈ ਕੋਰਟ ਗਏ। ਇਸ ਬਿਹਾਫ ਤੇ ਸਾਡਾ ਸਰਪੰਚ ਕੇਸ ਲੜੂਗਾ। ਹੈਰਾਨੀ ਵਾਲੀ ਗੱਲ ਇਹ ਹੈ, 2021 ਵਿੱਚ ਜਿਹੜਾ ਇਹ ਸਰਪੰਚ ਹੈ ਪੁਰਸ਼ੋਤਮ ਲਾਲ, 5 ਜੁਲਾਈ ਨੂੰ ਇਹ ਜਿਹੜੇ ਸਰਪੰਚ ਸਾਹਿਬ ਨੇ ਇਹ ਸਸਪੈਂਡ ਹੋ ਜਾਂਦੇ ਆ। ਤੇ ਉਸ ਤੋਂ ਬਾਅਦ 11 ਅਕਤੂਬਰ 2021 ਨੂੰ ਹਾਈ ਕੋਰਟ, ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਇੱਕ ਅਰਜ਼ੀ ਲਾਈ ਜਾਂਦੀ ਹੈ ਸਰਪੰਚ ਸਾਹਿਬ ਵੱਲੋਂ ਕਿ ਅਸੀਂ ਜੀ ਇਹ ਕੇਸ ਜਿਹੜਾ ਹੈ ਵਾਪਸ ਲੈਣਾ ਚਾਹੁੰਦੇ ਹਾਂ। ਕੋਈ ਮਤਾ ਨਹੀਂ ਪਾਸ ਕੀਤਾ ਜਾਂਦਾ, ਕੋਈ ਕਾਰਨ ਨਹੀਂ ਦੱਸਿਆ ਜਾਂਦਾ, ਸਿੱਧਾ ਇੱਕ ਐਫੀਡੇਵਿਟ ਲਾਇਆ ਜਾਂਦਾ ਕਿ ਕਿਉਂਕਿ ਇਹ ਹੁਣ ਕੇਸ ਜਿਹੜਾ ਹੈ ਕਿਸੇ ਪਾਸੇ ਲੱਗ ਨਹੀਂ ਸਕਦਾ, ਇਹਦਾ ਟਾਈਮ ਬਹੁਤ ਜ਼ਾਇਆ ਹੋ ਚੁੱਕਿਆ ਹੈ, ਇਸ ਕਰਕੇ ਅਸੀਂ ਆਪਣਾ ਇਹ ਕੇਸ ਵਾਪਸ ਲੈਣਾ ਚਾਹੁੰਦੇ ਹਾਂ। ਸਸਪੈਂਡ ਕੀਤਾ ਹੋਇਆ ਸਰਪੰਚ ਕੀ ਕੇਸ ਵਾਪਸ ਲੈ ਸਕਦਾ? ਨਹੀਂ, ਬਿਲਕੁਲ ਕਾਨੂੰਨੀ ਤੌਰ ਤੇ ਤਾਂ ਨਹੀਂ ਲੈ ਸਕਦੇ, ਬਟ ਜਦ ਕਿਸੇ ਕੋਲ ਸ਼ਾਇਦ ਪਾਵਰ ਆ ਜਾਂਦੀ ਹੈ ਤੇ ਸ਼ਾਇਦ ਹੋ ਸਕਦਾ ਇਸ ਦਿਨ ਦਬਾਅ ਪਾਇਆ ਗਿਆ ਹੋ ਸਕਦਾ। ਮੇਰਾ ਮੰਨਣਾ ਹੈ ਕਿ ਹਾਈ ਕੋਰਟ ਤੋਂ ਇਹ ਗੱਲ ਲੁਕੋਈ ਗਈ। ਮੇਰੀ ਐਪਲੀਕੇਸ਼ਨ ਤੇ ਸਰਕਾਰ ਨੂੰ, ਗ੍ਰਾਮ ਪੰਚਾਇਤਾਂ ਨੂੰ ਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੂੰ ਨੋਟਿਸ ਇਸ਼ੂ ਕੀਤਾ। ਯੂਨੀਵਰਸਿਟੀ ਬਣੀ ਹੋਈ ਹੈ, ਇਹ 2005, 6, 7 ਦੀ ਬਣੀ ਹੋਈ ਹੈ। ਜਿਹੜੇ ਮੈਂ ਆ ਕਾਗਜ਼ ਲਈ ਫਿਰਦਾ ਅੱਜ, ਇਹਦਾ ਜਿਹੜਾ ਰੈਜ਼ੋਲੂਸ਼ਨ ਹੈ ਉਹ ਪਹਿਲੀ ਵਾਰ 2015 ਚ ਆਉਂਦਾ। ਜੇ ਚਹੇੜੂ ਨੇ ਜਿਹੜਾ ਮਤਾ ਪਾਸ ਕੀਤਾ ਤੇ ਜਿਹੜਾ ਤਬਾਦਲਾ ਹੋਇਆ, ਜੇ ਆਪਾਂ 1 ਮਿੰਟ ਲਈ ਮੰਨ ਲਈਏ ਕਿ ਉਹ ਸਹੀ ਹੈ, ਫਿਰ ਵੀ ਉਸ ਤੋਂ 10 ਸਾਲ ਪਹਿਲੇ ਉਹ ਉਸ ਜ਼ਮੀਨ ਤੇ ਕਬਜ਼ਾ ਕਰੀ ਬੈਠੇ ਸੀ। ਯੂਨੀਵਰਸਿਟੀ ਪਹਿਲਾਂ ਹੀ ਬਣ ਗਈ, ਤਬਾਦਲਾ ਬਾਅਦ ਚ ਹੋਇਆ। ਬਿਲਕੁਲ ਤਬਾਦਲੇ ਦੀ ਤਾਂ ਇਹਨਾਂ ਨੇ, ਮੈਨੂੰ ਲੱਗਦਾ ਇਹਨਾਂ ਦੇ ਦਿਮਾਗ 'ਚ ਹੀ ਬਾਅਦ 'ਚ ਆਇਆ ਕਿ ਹੁਣ ਆਪਾਂ ਇਹ ਜ਼ਮੀਨ ਤੇ ਕਬਜ਼ਾ ਤਾਂ ਕਰੀ ਬੈਠੇ ਹਾਂ, ਕਿਸੇ ਤਰ੍ਹਾਂ ਇਹਨੂੰ ਆਪਾਂ ਲੀਗਲੀ ਆਪਣੇ ਉੱਤੇ ਆਪਣੇ ਨਾਮ ਤੇ ਟ੍ਰਾਂਸਫਰ ਕਰਾ ਲਈਏ। ਸੋ 2005, 6, 7 ਵਿੱਚ ਉੱਥੇ ਬਿਲਡਿੰਗਸ ਬਣ ਚੁੱਕੀਆਂ ਸੀ। ਇਸ ਤੋਂ ਇਲਾਵਾ ਮੇਰੇ ਕੋਲ ਇਹ ਵੀ ਡਾਕੂਮੈਂਟਸ ਨੇ ਕਿ ਜਿਹੜਾ ਚੇਂਜ ਆਫ ਲੈਂਡ ਯੂਜ਼ ਹੁੰਦਾ, ਜੋ ਇੱਕ ਡਾਕੂਮੈਂਟ ਹੁੰਦਾ, ਆਪਾਂ ਐਗਰੀਕਲਚਰਲ ਲੈਂਡ ਨੂੰ ਕਮਰਸ਼ੀਅਲ ਲੈਂਡ ਵਾਸਤੇ ਜੇ ਯੂਜ਼ ਕਰਨਾ, ਸਾਨੂੰ ਸਰਕਾਰ ਤੋਂ ਪਰਮਿਸ਼ਨ ਚਾਹੀਦੀ ਹੈ। ਇਹ ਪਰਮਿਸ਼ਨਾਂ ਇਹਨਾਂ ਨੂੰ ਮਿਲਦੀਆਂ ਸਨ 2018 ਵਿੱਚ। ਜਿਹੜੇ ਗ੍ਰਾਮ ਪੰਚਾਇਤ ਚਹੇੜੂ ਹੈ, ਉਹਦੇ ਕੋਲ 61%, 61% ਜਿਹੜੀ ਜ਼ਮੀਨ ਹੈ ਉਹਨਾਂ ਦੀ ਰਹੂਗੀ। ਜਿਹੜੀ ਨਵੀਂ ਗ੍ਰਾਮ ਪੰਚਾਇਤ ਨਾਨਕ ਨਗਰੀ ਬਣੀ ਹੈ, ਉਹਨਾਂ ਨੂੰ 39% ਸ਼ੇਅਰ ਉਸੇ ਜ਼ਮੀਨ ਵਿੱਚੋਂ ਦਿੱਤਾ ਜਾਊ। 2015 ਵਿੱਚ ਗ੍ਰਾਮ ਪੰਚਾਇਤ ਚਹੇੜੂ ਦੀ ਇੱਕ ਪੰਚਾਇਤ ਇੱਕ ਮਤਾ ਪਾਸ ਕਰਦੀ ਹੈ। ਉਹ ਮਤਾ ਪਾਸ ਕਰਦੀ ਹੈ ਕਿ ਜੀ ਪਿੰਡ ਵਾਸੀਆਂ ਦੇ ਫਾਇਦੇ ਵਾਸਤੇ ਤੇ ਪਿੰਡ ਦੇ ਵਿਕਾਸ ਵਾਸਤੇ ਅਸੀਂ ਇਹ ਫੈਸਲਾ ਕੀਤਾ ਕਿ ਸਾਡੀ ਜਿਹੜੀ ਇੱਕ 100 ਕਨਾਲ ਜ਼ਮੀਨ ਜਿਹੜੀ ਸਾਡੀ ਹਾਈਵੇ ਦੇ ਨਾਲ ਪੈਂਦੀ ਹੈ, ਅਸੀਂ ਉਹਦਾ ਤਬਾਦਲਾ ਜਿਹੜੀ ਹੈ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਨਾਲ ਆਪਣੇ ਪਿੰਡ ਦੇ ਫਾਇਦੇ ਵਾਸਤੇ ਕਰਨਾ ਚਾਹੁੰਦੇ ਹਾਂ। ਰੂਲ 5(1) ਇਹ ਕਹਿੰਦਾ ਕਿ ਜਦ ਵੀ ਕਦੀ ਤਬਾਦਲਾ ਕਰਨਾ ਹੈ ਜਾਂ ਐਕਸਚੇਂਜ ਆਫ ਲੈਂਡ ਕਰਨਾ ਹੈ, ਤਾਂ ਉਹ 3 ਸ਼ਰਤਾਂ ਤੇ ਹੀ ਕੀਤਾ ਜਾ ਸਕਦਾ। ਤਬਾਦਲਾ ਹੈ, ਉਹਦਾ ਸਿੱਧਾ ਫਾਇਦਾ ਪਿੰਡ ਦੇ ਵਾਸੀਆਂ ਨੂੰ ਹੋਣਾ ਚਾਹੀਦਾ। ਦੂਜੀ ਸ਼ਰਤ ਕਿ ਜਿਹੜਾ ਤਬਾਦਲਾ ਵਾਲੀ ਜ਼ਮੀਨ ਇਹਨਾਂ ਨੂੰ ਮਿਲਣੀ ਹੈ, ਉਹ ਬਰਾਬਰ ਜਾਂ ਇਕੁਅਲ ਵੈਲਿਊ ਦੀ ਹੋਣੀ ਚਾਹੀਦੀ ਹੈ। ਜ਼ਮੀਨਾਂ ਦੇ ਘੁਟਾਲਿਆਂ ਨੂੰ ਲੈ ਕੇ ਕੁਲਦੀਪ ਸਿੰਘ ਧਾਲੀਵਾਲ ਲਗਾਤਾਰ ਹੀ ਪੰਜਾਬ ਦੇ ਅਲੱਗ-ਅਲੱਗ ਜ਼ਮੀਨਾਂ ਦੇ ਉੱਤੇ ਜਾ ਕੇ ਕਬਜ਼ੇ ਛਡਾਉਂਦੇ ਰਹੇ ਨੇ। ਉਸ ਸਮੇਂ ਇੱਕ ਚਿਹਰਾ ਸਾਹਮਣੇ ਆਇਆ ਸੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੂੰ ਲੈ ਕੇ, ਜਿੱਥੇ ਮੀਡੀਆ ਦੇ ਵਿੱਚ ਚਰਚਾ ਚੱਲੀ ਸੀ ਕਿ ਜੋ ਯੂਨੀਵਰਸਿਟੀ ਬਣੀ ਹੋਈ ਹੈ ਉਹ ਵੀ ਸਵਾਲਾਂ ਦੇ ਘੇਰੇ ਵਿੱਚ ਹੈ। ਯੂਨੀਵਰਸਿਟੀ ਨੂੰ ਲੈ ਕੇ ਜੋ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਬਣੀ ਹੋਈ ਹੈ, ਉਸ ਦੀ ਜ਼ਮੀਨ ਨੂੰ ਲੈ ਕੇ ਹੁਣ ਕਿਹੜੇ ਨਵੇਂ ਸਮੀਕਰਨ ਸਾਹਮਣੇ ਆ ਰਹੇ ਨੇ ਜਾਂ ਕਿਹੜੇ ਹੁਣ ਨਵੀਆਂ ਚਰਚਾਵਾਂ ਛਿੜੀਆਂ ਹੋਈਆਂ ਨੇ। ਇਸ ਤੋਂ ਪਹਿਲਾਂ ਪੋਲੀਟੀਸ਼ੀਅਨਾਂ ਨੇ ਵੀ ਮੁੱਦੇ ਚੱਕੇ ਸੀ ਵੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਉੱਤੇ ਕਦ ਕੁਲਦੀਪ ਸਿੰਘ ਧਾਲੀਵਾਲ ਜਾਣਗੇ ਔਰ ਜਾ ਕੇ ਦੱਸਣਗੇ ਕਿ ਉਸ ਜ਼ਮੀਨ ਦਾ ਜੋ ਜ਼ਮੀਨ ਉਹਨਾਂ ਦੇ ਕੋਲ ਮੌਜੂਦ ਹੈ ਕਿ ਉਹ ਬਿਲਕੁਲ ਸਹੀ ਕਾਗਜ਼ਾਂ ਦੇ ਤਹਿਤ ਮੌਜੂਦ ਹੈ। ਇਸ ਨੂੰ ਲੈ ਕੇ ਅੱਜ ਗੱਲਬਾਤ ਕਰਾਂਗੇ ਮਹਿਤਾਬ ਖਹਿਰਾ ਜੀ ਦੇ ਨਾਲ, ਜੋ ਕਿ ਇਸ ਯੂਨੀਵਰਸਿਟੀ ਨੂੰ ਲੈ ਕੇ ਹੁਣ ਕੋਰਟ ਵਿੱਚ ਗਏ ਨੇ। ਕੋਰਟ ਨੇ ਕੀ ਆਰਡਰ ਕੀਤੇ ਨੇ, ਉਹਦਾ ਅਸਲ ਮਸਲਾ ਹੈ ਕੀ,
LPU ਦਾ ਅਸਲੀ ਮਸਲਾ ਹੈ ਕਿ ਉਹਨਾਂ ਦੀ ਜ਼ਮੀਨ ਜੋ ਉਹਨਾਂ ਦੇ ਕੋਲ ਹੈਗੀ ਹੈ ਉਹ ਕਿਹੜੇ ਪਿੰਡ ਨਾਲ ਤਾਲੁਕਾਤ ਰੱਖਦੀ ਹੈ, ਕਿ ਇਸ ਉੱਪਰ ਪੰਜਾਬ ਸਰਕਾਰ ਕੋਈ ਜਵਾਬਦੇਹੀ ਤੈਅ ਕਰੂਗੀ ਕਿ ਕੁਲਦੀਪ ਸਿੰਘ ਧਾਲੀਵਾਲ ਇਸ ਉੱਪਰ ਜਵਾਬਦੇਹੀ ਤੈਅ ਕਰਨਗੇ। ਮਹਿਤਾਬ ਖਹਿਰਾ ਸਾਡੇ ਨਾਲ ਨੇ। ਮਹਿਤਾਬ ਜੀ, ਬਹੁਤ ਬਹੁਤ ਸਵਾਗਤ ਹੈ ਪੰਜਾਬ ਨਿਊਜ਼ ਤੇ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਆਪਾਂ ਦੇਖਿਆ ਕਿ ਜਦੋਂ ਧਾਲੀਵਾਲ ਸਾਹਿਬ ਪਿੰਡਾਂ ਵਿੱਚ ਜਾਂਦੇ ਨੇ ਜ਼ਮੀਨਾਂ ਨੂੰ ਲੈ ਕੇ, ਕਈ ਉਹਨਾਂ ਨੇ ਜ਼ਮੀਨਾਂ ਛੁਡਾਈਆਂ ਵੀ ਨੇ ਜੋ ਛੁਡਾਣੀਆਂ ਵੀ ਚਾਹੀਦੀਆਂ ਸੀ ਜੇ ਕਿਸੇ ਨੇ ਕਾਬਜ਼ ਕੀਤਾ। ਤੁਸੀਂ ਇਸ ਕੇਸ ਦੇ ਨਾਲ ਜੁੜੇ ਹੋਏ ਹੋ, ਮਸਲਾ ਕੀ ਹੈ? ਸ਼ੁਰੂ 'ਚ ਹੀ ਆਪਾਂ ਜੇ ਗੱਲ ਕਰ ਲਈਏ LPU ਦਾ ਮਸਲਾ ਕੀ ਹੈ? ਸਨ 1998 ਵਿੱਚ ਪਿੰਡ ਚਹੇੜੂ ਵਿੱਚੋਂ ਇੱਕ ਨਵੀਂ ਗ੍ਰਾਮ ਪੰਚਾਇਤ ਜਿਹਦਾ ਨਾਮ ਗ੍ਰਾਮ ਪੰਚਾਇਤ ਨਾਨਕ ਨਗਰੀ ਸੀ, ਉਹ ਹੋਂਦ ਵਿੱਚ ਆਉਂਦੀ ਹੈ। ਜਦ ਵੀ ਕੋਈ ਨਵੀਂ ਗ੍ਰਾਮ ਪੰਚਾਇਤ ਕੋਈ ਵੱਡੀ ਗ੍ਰਾਮ ਪੰਚਾਇਤ ਚੋਂ ਨਿਕਲਦੀ ਹੈ, ਸੈਕਸ਼ਨ 3 ਆਫ ਪੰਜਾਬ ਪੰਚਾਇਤੀ ਰੂਲਸ ਐਕਟ ਉੱਤੇ ਲਾਗੂ ਹੁੰਦਾ। ਸੈਕਸ਼ਨ 3 ਇਹ ਕਹਿੰਦਾ ਹੈ ਕਿ ਜਦ ਇੱਕ ਨਵੀਂ ਗ੍ਰਾਮ ਸਭਾ ਏਰੀਆ ਹੋਂਦ ਵਿੱਚ ਆਉਂਦਾ ਹੈ ਜਾਂ ਉਹਨੂੰ ਬਣਾਇਆ ਜਾਂਦਾ ਹੈ, ਜਿਸ ਗ੍ਰਾਮ ਸਭਾ ਵਿੱਚੋਂ ਜਾਂ ਗ੍ਰਾਮ ਪੰਚਾਇਤ ਵਿੱਚੋਂ ਨਿਕਲਦੀ ਹੈ, ਉਸ ਪੇਰੈਂਟ ਗ੍ਰਾਮ ਪੰਚਾਇਤ ਦੀ ਜ਼ਮੀਨਾਂ ਵਿੱਚ ਨਵੀਂ ਗ੍ਰਾਮ ਪੰਚਾਇਤ ਦਾ ਇੱਕ ਆਟੋਮੈਟਿਕਲੀ ਇੱਕ ਹਿੱਸਾ ਬਣਦਾ। ਨਾਨਕ ਨਗਰੀ ਦਾ ਇਸੀ ਕਾਨੂੰਨ ਦੇ ਆਧਾਰ ਤੇ ਆਪਣੀ ਚਹੇੜੂ ਪਿੰਡ ਦੀ ਗ੍ਰਾਮ ਪੰਚਾਇਤ ਚੋਂ ਉਹਨਾਂ ਦੀ ਜ਼ਮੀਨ ਦੇ ਵਿੱਚ ਉਹਨਾਂ ਦਾ ਇੱਕ ਸ਼ੇਅਰ ਪੈਦਾ ਹੋ ਗਿਆ। 98 ਤੋਂ ਬਾਅਦ ਆਪਾਂ ਜੇ ਹੁਣ ਮੈਂ ਛੋਟੀ ਗੱਲ ਕਰੂੰਗਾ ਕਿਉਂਕਿ ਕਾਫੀ ਸਾਰਾ ਕੁਝ ਹੁੰਦਾ ਰਿਹਾ। ਕੰਪੀਟੈਂਟ ਅਥਾਰਟੀ ਨੇ ਅਗਲੇ 10-12 ਸਾਲ ਵਿੱਚ ਪੜਤਾਲ ਕੀਤੀ ਤੇ ਉਹਨਾਂ ਨੇ ਇੱਕ ਫਾਈਂਡਿੰਗ ਤੇ ਆਏ ਕਿ ਜਿਹੜੇ ਗ੍ਰਾਮ ਪੰਚਾਇਤ ਚਹੇੜੂ ਹੈ ਉਹਦੇ ਕੋਲ 61% 61% ਜਿਹੜੀ ਜ਼ਮੀਨ ਹੈ ਉਹਨਾਂ ਦੀ ਰਹੂਗੀ, ਜਿਹੜੀ ਨਵੀਂ ਗ੍ਰਾਮ ਪੰਚਾਇਤ ਨਾਨਕ ਨਗਰੀ ਬਣੀ ਹੈ ਉਹਨਾਂ ਨੂੰ 39% ਸ਼ੇਅਰ ਉਸੇ ਜ਼ਮੀਨ ਵਿੱਚੋਂ ਦਿੱਤਾ ਜਾਊਗਾ। ਹੁਣ ਆਪਾਂ ਅੱਗੇ ਆ ਜਾਈਏ 2015 ਵਿੱਚ। 2015 ਵਿੱਚ ਗ੍ਰਾਮ ਪੰਚਾਇਤ ਚਹੇੜੂ ਦੀ ਇੱਕ ਪੰਚਾਇਤ ਇੱਕ ਮਤਾ ਪਾਸ ਕਰਦੀ ਹੈ, ਸਿਰਫ ਇੱਕ ਗ੍ਰਾਮ ਪੰਚਾਇਤ ਚਹੇੜੂ ਦੀ ਜਿਹੜੀ ਪੰਚਾਇਤ ਹੈ ਉਹ ਮਤਾ ਪਾਸ ਕਰਦੀ ਹੈ ਕਿ ਜੀ ਪਿੰਡ ਵਾਸੀਆਂ ਦੇ ਫਾਇਦੇ ਵਾਸਤੇ ਤੇ ਪਿੰਡ ਦੇ ਵਿਕਾਸ ਵਾਸਤੇ ਅਸੀਂ ਇਹ ਫੈਸਲਾ ਕੀਤਾ ਕਿ ਸਾਡੀ ਜਿਹੜੀ ਇੱਕ 100 ਕਨਾਲ ਜ਼ਮੀਨ ਜਿਹੜੀ ਸਾਡੀ ਹਾਈਵੇ ਦੇ ਨਾਲ ਪੈਂਦੀ ਹੈ, ਅਸੀਂ ਉਹਦਾ ਤਬਾਦਲਾ ਜਿਹੜੀ ਹੈ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਨਾਲ ਆਪਣੇ ਪਿੰਡ ਦੇ ਫਾਇਦੇ ਵਾਸਤੇ ਕਰਨਾ ਚਾਹੁੰਦੇ ਹਾਂ। ਕਿ ਨਾਨਕ ਨਗਰੀ ਨੂੰ ਗੱਲ ਪਤਾ ਸੀ? ਨਾਨਕ ਨਗਰੀ ਨੂੰ ਇਸ ਗੱਲ ਦੇ ਬਾਰੇ ਕੋਈ ਨਾ ਤਾਂ ਉਹਦੇ ਪੰਚਾਇਤ ਨੂੰ ਦੱਸਿਆ ਗਿਆ, ਨਾ ਉਹਦੇ ਪੰਚਾਇਤ ਮੈਂਬਰ ਨੂੰ, ਨਾ ਉਹਦੇ ਸਰਪੰਚ ਨੂੰ ਦੱਸਿਆ ਗਿਆ। ਮੈਂ ਇਸੇ ਗੱਲ ਤੇ ਆਉਣ ਲੱਗਿਆ ਸੀ। ਹੁਣ ਆਪਣਾ ਕਾਨੂੰਨ ਜਿਹੜਾ ਹੈ ਪੰਜਾਬ ਵਿਲੇਜ ਕਾਮਨ ਲੈਂਡਸ ਐਕਟ ਹੈ ਔਰ ਇਦਾਂ ਇਸੇ ਨਾਮ ਦਾ ਇੱਕ ਰੂਲਸ ਬਣੇ ਹੋਏ ਨੇ। ਸੈਕਸ਼ਨ ਰੂਲ 5I ਰੂਲ 5(1) ਇਹ ਕਹਿੰਦਾ ਕਿ ਜਦ ਵੀ ਕਦੀ ਤਬਾਦਲਾ ਕਰਨਾ ਹੈ ਜਾਂ ਐਕਸਚੇਂਜ ਆਫ ਲੈਂਡ ਕਰਨਾ ਹੈ ਤਾਂ ਉਹ 3 ਸ਼ਰਤਾਂ ਤੇ ਹੀ ਕੀਤਾ ਜਾ ਸਕਦਾ। ਪਹਿਲੀ ਸ਼ਰਤ ਇਹ ਕਿ ਜੋ ਤਬਾਦਲਾ ਹੈ ਉਹਦਾ ਸਿੱਧਾ ਫਾਇਦਾ ਪਿੰਡ ਦੇ ਵਾਸੀਆਂ ਨੂੰ ਹੋਣਾ ਚਾਹੀਦਾ। ਹੁਣ ਬਿਕੋਜ਼ ਉਹ ਸ਼ੇਅਰ ਹੋਲਡਰ ਨੇ ਕਾਮਨ ਲੈਂਡ ਵਿੱਚ ਸ਼ਾਮਲਾਟ ਜ਼ਮੀਨ ਵਿੱਚ, ਉਹਨਾਂ ਦੇ ਬੈਨੀਫਿਟ ਵਾਸਤੇ ਤਬਾਦਲਾ ਹੋਣਾ ਚਾਹੀਦਾ, ਪਹਿਲੀ ਸ਼ਰਤ। ਦੂਜੀ ਸ਼ਰਤ ਕਿ ਜਿਹੜਾ ਤਬਾਦਲਾ ਵਾਲੀ ਜ਼ਮੀਨ ਇਹਨਾਂ ਨੂੰ ਮਿਲਣੀ ਹੈ ਉਹ ਬਰਾਬਰ ਜਾਂ ਇਕੁਅਲ ਵੈਲਿਊ ਦੀ ਹੋਣੀ ਚਾਹੀਦੀ ਹੈ। ਜੇ ਮੈਂ 1 ਕਰੋੜ ਰੁਪਏ ਦੀ ਜ਼ਮੀਨ ਦੇਵਾਂ ਤੇ ਮੈਨੂੰ 1 ਕਰੋੜ ਰੁਪਏ ਦੀ ਜ਼ਮੀਨ ਤਬਾਦਲੇ 'ਚ ਮਿਲਣੀ ਚਾਹੀਦੀ ਹੈ। ਔਰ ਤੀਜੀ ਸ਼ਰਤ ਇਹ ਕਿ ਜਿਹੜਾ ਉਹਦਾ ਵੈਲਿਊਏਸ਼ਨ ਹੈ ਉਹ ਇੱਕ ਕੰਪੀਟੈਂਟ ਅਥਾਰਟੀ ਕਰੂਗੀ। ਇਹਨਾਂ ਤਿੰਨਾਂ ਸ਼ਰਤਾਂ 'ਚੋਂ ਮੈਂ ਯਕੀਨ ਨਾਲ ਦਾਅਵੇ ਨਾਲ ਕਹਿ ਸਕਦਾ ਕਿ ਪਹਿਲੇ 2 ਸ਼ਰਤਾਂ ਪੂਰੀਆਂ ਨਹੀਂ ਕੀਤੀਆਂ ਗਈਆਂ, ਕਿਉਂਕਿ ਜਿੱਦਾਂ ਮੈਂ ਦੱਸਿਆ ਨਾਨਕ ਨਗਰੀ ਦਾ ਇੱਕ ਰਾਈਟ ਅਕਰੂ ਹੋ ਗਿਆ ਸੀ, ਇੱਕ ਸ਼ੇਅਰ ਬਣ ਗਿਆ ਸੀ ਬਾਈ ਇਟਸ ਬਰਥ ਗ੍ਰਾਮ ਪੰਚਾਇਤ ਚਹੇੜੂ ਤੋਂ। ਚਹੇੜੂ ਨੇ ਆਪਣੇ ਆਪ ਮਤਾ ਪਾਸ ਕਰਕੇ ਉਹ ਕਿਹਾ ਕਿ ਜੀ ਅਸੀਂ ਆਹ ਜ਼ਮੀਨ ਜਿਹਦੇ ਵਿੱਚ ਨਾਨਕ ਨਗਰੀ ਦਾ ਸ਼ੇਅਰ ਸੀ, ਇਹ ਆਹ ਜ਼ਮੀਨ ਅਸੀਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੂੰ ਦਿੰਦੇ ਹਾਂ। ਸੋ ਇਹਦੇ ਵਿੱਚ ਗ੍ਰਾਮ ਪੰਚਾਇਤ ਨਾਨਕ ਨਗਰੀ ਦਾ ਤਾਂ ਕੋਈ ਫਾਇਦਾ ਨਹੀਂ ਹੋਇਆ। ਉਹਨਾਂ ਨੂੰ ਤਾਂ ਪਤਾ ਵੀ ਨਹੀਂ ਸੀ ਕਿ ਸਾਡੀ ਜਿਹੜੀ ਕੋਈ ਜ਼ਮੀਨ ਹੈ, ਸਾਡਾ ਜਿਹੜੇ ਕੋਈ 39% ਸ਼ੇਅਰ ਵਾਲੀ ਜ਼ਮੀਨ ਹੈ ਉਹ ਕੱਲ੍ਹ ਨੂੰ ਕਿਸੇ ਹੋਰ ਨੂੰ ਆਪਾਂ ਦੇਣ ਜਾ ਰਹੇ ਹਾਂ। ਇਹ ਪਹਿਲੀ ਸ਼ਰਤ ਸੀ ਜੋ ਫੁੱਲਫਿਲ ਨਹੀਂ ਹੁੰਦੀ। ਦੂਜੀ ਸ਼ਰਤ ਸੀਗੀ ਕਿ ਜਿਹੜੀ ਜ਼ਮੀਨ ਹੈ ਉਹਦੀ ਵੈਲਿਊ, ਉਹਦੀ ਕੀਮਤ ਜੋ ਹੈ ਉਹ ਬਰਾਬਰ ਦੀ ਹੋਣੀ ਚਾਹੀਦੀ ਦੋਨੋਂ ਜ਼ਮੀਨਾਂ ਦੀ। ਜਿਹੜੀ ਜ਼ਮੀਨ ਨਾਨਕ ਨਗਰੀ ਦੀ ਜਿਹਦੇ ਵਿੱਚ ਨਾਨਕ ਨਗਰੀ ਦਾ ਹਿੱਸਾ ਸੀ ਉਹ ਸੀ ਨੈਸ਼ਨਲ ਹਾਈਵੇ ਦੇ ਉੱਤੇ ਬਿਲਕੁਲ। ਤੁਸੀਂ ਸਾਰਿਆਂ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇਖੀ ਹੋਈ ਹੈ। ਜੇ ਆਪਾਂ ਜਾਂਦੇ ਹਾਂ ਨੈਸ਼ਨਲ ਹਾਈਵੇ ਦੇ ਬਿਲਕੁਲ ਕੰਢੇ ਤੇ, ਉਹ ਤੁਸੀਂ ਕਹਿ ਸਕਦੇ ਹੋ ਕਿ 600 ਏਕੜ ਦੀ ਮਸ਼ਹੂਰੀ ਕਰਦੇ ਹੁੰਦੇ ਸੀ ਕਿ ਅਸੀਂ ਉਹ ਜ਼ਮੀਨ ਉਸ ਕੈਂਪਸ ਦੇ ਅੰਦਰ ਆਉਂਦੀ ਸੀ। ਤੇ ਜਿਹੜੀ ਜ਼ਮੀਨ ਇਹਨਾਂ ਨੂੰ ਤਬਾਦਲੇ ਵਿੱਚ ਦਿੱਤੀ ਉਹ ਹਾਈਵੇ ਟੱਪ ਕੇ 5-6 ਕਿਲੋਮੀਟਰ ਅੰਦਰ ਜਾ ਕੇ ਡਰੇਨ ਬਹੀਨ ਦੇ ਨਾਲ 100 ਕਨਾਲ ਜ਼ਮੀਨ ਉਹਨਾਂ ਨੂੰ ਦੇਤੀ। ਉਹਦੀ ਵੈਲਿਊ ਘੱਟ ਸੀ, ਉਹਦੀ ਕੀਮਤ ਓਬਵੀਅਸਲੀ ਜਿਹੜੀ ਜ਼ਮੀਨ ਨੈਸ਼ਨਲ ਹਾਈਵੇ ਤੇ ਹੈ ਉਹਦੇ ਪ੍ਰੋਸਪੈਕਟਸ ਬਹੁਤ ਜ਼ਿਆਦਾ ਨੇ ਕਮਰਸ਼ੀਅਲ। ਸੋ ਆਈ ਐਸਟੀਮੇਟ ਕਿ ਕਰੀਬਨ 100 ਕਰੋੜ ਦੀ ਜ਼ਮੀਨ ਦਾ ਤਬਾਦਲਾ ਇਹਨਾਂ ਨੇ 2 ਕਰੋੜ ਦੀ ਜ਼ਮੀਨ ਦੇ ਨਾਲ ਕੀਤਾ। ਸੋ ਜੋ 2 ਕੰਡੀਸ਼ਨ ਸੀ ਜਿਹਦੇ ਆਧਾਰ ਤੇ ਤਬਾਦਲਾ ਹੋ ਸਕਦਾ ਸੀ ਉਹ ਦੋਨੋਂ ਫੇਲ ਹੁੰਦੀਆਂ ਨੇ। ਜਦ ਇਹ ਗੱਲ ਨਾਨਕ ਨਗਰੀ ਨੂੰ ਪਤਾ ਚੱਲੀ ਤਾਂ ਵਾਜਿਬ ਜੀ ਗੱਲ ਹੈ ਉਹ ਹਾਈ ਕੋਰਟ ਗਏ।
ਹਾਈ ਕੋਰਟ ਵਿੱਚ 2-3 ਕੇਸ ਚੱਲੇ, ਕਈ ਵਿਡਰਾਅ ਕਰਨੇ ਪਏ ਟੈਕਨੀਕੈਲਿਟੀਜ਼ ਕਰਕੇ। 2019 ਵਿੱਚ ਇੱਕ ਰਿਟ ਪਟੀਸ਼ਨ ਫਾਈਲ ਹੁੰਦੀ ਹੈ CWP 7877 2019। ਇਸ ਰਿਟ ਨੂੰ ਫਾਈਲ ਕਰਨ ਵਾਲੇ ਗ੍ਰਾਮ ਪੰਚਾਇਤ ਨਾਨਕ ਨਗਰੀ, ਇਸ ਔਰ ਜਦ ਇੱਕ ਮਤਾ ਪਾਸ ਕੀਤਾ ਜਾਂਦਾ, ਜਦ ਵੀ ਕੋਈ ਆਪਾਂ ਕੇਸ ਫਾਈਲ ਕਰਦੇ ਹਾਂ ਸਾਰੇ ਜਾਣਦੇ ਹੋ ਕਿ ਇਸ ਬਿਹਾਫ ਤੇ ਇਹ ਸਾਡਾ ਸਰਪੰਚ ਕੇਸ ਲੜੂਗਾ। ਇਹ ਕੇਸ ਫਾਈਲ ਹੁੰਦਾ, 2 ਸਾਲ ਇਹਦੀ ਜਵਾਬ ਦਾਵੇ ਐਕਸਚੇਂਜ ਹੁੰਦੇ ਆ, ਪਲੀਡਿੰਗ ਸਾਰੀਆਂ ਕੰਪਲੀਟ ਹੁੰਦੀਆਂ। ਹੈਰਾਨੀ ਵਾਲੀ ਗੱਲ ਇਹ ਹੈ 2021 ਵਿੱਚ ਜਿਹੜਾ ਇਹ ਸਰਪੰਚ ਹੈ ਪੁਰਸ਼ੋਤਮ ਲਾਲ, 5 ਜੁਲਾਈ 2021 ਨੂੰ ਇਹ ਕਿਸੇ ਹੋਰ ਇਲਜ਼ਾਮਾਂ ਤੇ ਆਪਣੇ ਅਹੁਦੇ ਤੋਂ ਸਸਪੈਂਡ ਕੀਤਾ ਜਾਂਦਾ ਅੰਡਰ ਸੈਕਸ਼ਨ 20 ਆਫ ਦਾ ਪੰਜਾਬ ਪੰਚਾਇਤੀ ਰੂਲਸ ਰਾਜ ਐਕਟ। 5 ਜੁਲਾਈ ਨੂੰ ਇਹ ਜਿਹੜੇ ਸਰਪੰਚ ਸਾਹਿਬ ਨੇ ਇਹ ਸਸਪੈਂਡ ਹੋ ਜਾਂਦੇ ਆ ਤੇ ਉਸ ਤੋਂ ਬਾਅਦ 11 ਅਕਤੂਬਰ 2021 ਨੂੰ ਹਾਈ ਕੋਰਟ, ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਇੱਕ ਅਰਜ਼ੀ ਲਾਈ ਜਾਂਦੀ ਹੈ ਸਰਪੰਚ ਸਾਹਿਬ ਵੱਲੋਂ ਕਿ ਅਸੀਂ ਜੀ ਇਹ ਕੇਸ ਜਿਹੜਾ ਹੈ ਵਾਪਸ ਲੈਣਾ ਚਾਹੁੰਦੇ ਹਾਂ। ਕੋਈ ਮਤਾ ਨਹੀਂ ਪਾਸ ਕੀਤਾ ਜਾਂਦਾ, ਕੋਈ ਕਾਰਨ ਨਹੀਂ ਦੱਸਿਆ ਜਾਂਦਾ, ਸਿੱਧਾ ਇੱਕ ਐਫੀਡੇਵਿਟ ਲਾਇਆ ਜਾਂਦਾ ਕਿ ਕਿਉਂਕਿ ਇਹ ਹੁਣ ਕੇਸ ਜਿਹੜਾ ਹੈ ਕਿਸੇ ਪਾਸੇ ਲੱਗ ਨਹੀਂ ਸਕਦਾ, ਇਹਦਾ ਟਾਈਮ ਬਹੁਤ ਜ਼ਾਇਆ ਹੋ ਚੁੱਕਿਆ ਹੈ, ਇਸ ਕਰਕੇ ਅਸੀਂ ਆਪਣਾ ਇਹ ਕੇਸ ਵਾਪਸ ਲੈਣਾ ਚਾਹੁੰਦੇ ਹਾਂ। ਹੁਣ ਇੱਥੇ ਮੈਨੂੰ ਜਦ ਇਸ ਗੱਲ ਤੇ ਨਾਨਕ ਨਗਰੀ ਦੇ ਜਦੋਂ ਸਸਪੈਂਡ ਕੀਤੇ ਗਏ ਤੇ ਕੇਸ ਵਾਪਸ ਲੈ ਲਿਆ, ਜਿਹੜਾ ਅਧਿਕਾਰਤ ਸਰਪੰਚ ਬਣਿਆ ਗਿਆ ਜਾਂ ਪੰਚ ਬਣੇ, ਉਹਨਾਂ ਨੇ ਮੈਨੂੰ ਅਪਰੋਚ ਕੀਤੀ ਕਿ ਅਸੀਂ ਸਾਡਾ ਜਿਹੜਾ ਕੇਸ ਹੈ ਇਹਨੂੰ ਆਪਾਂ ਕਿਸੇ ਤਰ੍ਹਾਂ ਬਹਾਲ ਕਰਨ ਦੀ ਕੋਸ਼ਿਸ਼ ਕਰੀਏ। ਨਹੀਂ, ਸਸਪੈਂਡ ਕੀਤਾ ਹੋਇਆ ਸਰਪੰਚ ਕੀ ਕੇਸ ਵਾਪਸ ਲੈ ਸਕਦਾ? ਨਹੀਂ, ਬਿਲਕੁਲ ਕਾਨੂੰਨੀ ਤੌਰ ਤੇ ਤਾਂ ਨਹੀਂ ਲੈ ਸਕਦੇ, ਬਟ ਜਦ ਕਿਸੇ ਕੋਲ ਸ਼ਾਇਦ ਪਾਵਰ ਆ ਜਾਂਦੀ ਹੈ ਤੇ ਸ਼ਾਇਦ ਹੋ ਸਕਦਾ ਇਸ ਦਿਨ ਵਾਪ ਆਇਆ ਗਿਆ ਹੋ ਸਕਦਾ। ਮੇਰਾ ਮੰਨਣਾ ਹੈ ਕਿ ਹਾਈ ਕੋਰਟ ਤੋਂ ਇਹ ਗੱਲ ਲੁਕੋਈ ਗਈ। ਜਦ ਮੈਂ ਹਾਈ ਕੋਰਟ ਕੋਲ ਜਾ ਕੇ ਇਹ ਦਸਤਾਵੇਜ਼ ਲੈ ਕੇ ਗਿਆ, ਸਸਪੈਂਸ਼ਨ ਆਰਡਰ ਲੈ ਕੇ ਗਿਆ ਤੇ ਹਾਈ ਕੋਰਟ ਦੇ ਅੱਗੇ ਮੈਂ ਪੇਸ਼ ਕੀਤਾ ਤਾਂ ਉਹਨਾਂ ਨੇ ਆਰਡਰ ਪਾਸ ਕੀਤਾ ਜੋ ਮੈਂ ਤੁਹਾਨੂੰ ਪੜ੍ਹ ਵੀ ਦਿੰਦਾ। ਇਹ ਮੈਂ ਇੱਕ ਐਪਲੀਕੇਸ਼ਨ ਲਗਾਈ ਕਿ ਜਿਹੜਾ 7877 ਹੈ 2019 ਦਾ ਕੇਸ, ਉਹਨੂੰ ਰਿਸਟੋਰ ਕੀਤਾ ਜਾਵੇ ਤਾਂ ਕਿ ਜਿਹੜਾ ਤਬਾਦਲਾ ਹੈ 2016 ਦਾ ਉਹ ਕੈਂਸਲ ਕੀਤਾ ਜਾਏ, ਕਿਉਂਕਿ ਜਿੱਦਾਂ ਮੈਂ ਦੱਸਿਆ ਤਬਾਦਲੇ ਦੀ ਜਿਹੜੀਆਂ ਸ਼ਰਤਾਂ ਨੇ ਉਹ ਪੂਰੀਆਂ ਨਹੀਂ ਹੁੰਦੀਆਂ। ਹੁਣ ਮੈਂ ਰੈਸਟੋਰੇਸ਼ਨ ਵਾਸਤੇ ਐਪਲੀਕੇਸ਼ਨ ਲਾਈ, ਮਾਨਯੋਗ ਅਦਾਲਤ ਨੇ ਦੇਖਿਆ, ਮੈਂ ਡੇਟਾ ਪੜ੍ਹਾਈਆਂ ਉਹਨਾਂ ਨੂੰ ਕਿ ਅਰਜ਼ੀ ਜਿਹੜੀ ਹੈ ਅਕਤੂਬਰ 'ਚ ਲਾਈ ਜਾਂਦੀ ਹੈ, ਸਰਪੰਚ ਜਿਹੜਾ ਉਹ ਜੁਲਾਈ ਵਿੱਚ ਸਸਪੈਂਡ ਹੋ ਚੁੱਕਾ ਹੋਇਆ। ਸੋ ਹਾਈ ਕੋਰਟ ਨੇ ਕਾਫੀ ਸੀਰੀਅਸ ਵਿਊ ਲਿਆ ਹੈ। ਮੇਰੀ ਰੈਸਟੋਰੇਸ਼ਨ ਐਪਲੀਕੇਸ਼ਨ ਵਿੱਚ ਮੈਂ ਜਦ ਅਰਜ਼ੀ ਲਗਾਈ ਕਿ ਕੇਸ ਨੂੰ ਰਿਸਟੋਰ ਕਰਕੇ ਇਹਦੇ ਨੰਬਰ ਤੇ ਔਰ ਇਹਦੀ ਕਾਰਵਾਈ ਕੀਤੀ ਜਾਏ, ਮੇਰੀ ਐਪਲੀਕੇਸ਼ਨ ਤੇ ਸਰਕਾਰ ਨੂੰ, ਗ੍ਰਾਮ ਪੰਚਾਇਤਾਂ ਨੂੰ ਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੂੰ ਨੋਟਿਸ ਇਸ਼ੂ ਕੀਤਾ ਇਸ ਮੁੱਦੇ ਤੇ ਕਿ ਸਰਪੰਚ ਉਸ ਮੌਕੇ ਤੇ ਵਿਡਰਾਅ ਨਹੀਂ ਕਰ ਸਕਦਾ ਸੀ। ਹੁਣ ਕੀ ਕੇਸ ਓਪਨ ਹੋ ਜਾਊਗਾ? ਹਾਂ, ਹੁਣ ਸਰਕਾਰ ਜੋ ਬਿਕੋਜ਼ ਕੋਰਟ ਦਾ ਪ੍ਰੋਸੈਸ ਹੁੰਦਾ, ਜੋ ਕੋਈ ਫੈਸਲਾ ਲੈਣਾ ਸਾਰੀਆਂ ਧਿਰਾਂ ਨੂੰ ਸੁਣਿਆ ਜਾਂਦਾ, ਪ੍ਰੋਸੈਸ ਸ਼ੁਰੂ ਹੋ ਚੁੱਕਿਆ, ਇਨ ਮੋਸ਼ਨ ਆ ਚੁੱਕਿਆ। ਕੋਰਟ ਨੇ ਸਰਕਾਰ ਤੋਂ ਔਰ ਪ੍ਰਾਈਵੇਟ ਰਿਸਪੋਂਡੈਂਟ ਤੋਂ ਜਵਾਬ ਮੰਗਿਆ। ਮੈਨੂੰ ਯਕੀਨ ਹੈ ਕਿ ਜਦ ਅਸੀਂ ਸਾਰੇ ਐਸੇ ਖੁਲਾਸੇ ਕਰਾਂਗੇ, ਇਨਫੈਕਟ ਮੈਂ ਅੱਜ ਤੁਹਾਡੇ ਰਾਹੀਂ ਇਹ ਵੀ ਦੱਸਦਾ, ਇਹ ਤਾਂ ਬੜੀ ਇੱਕ ਟੈਕਨੀਕੈਲਿਟੀ ਹੈ ਕਿ ਜੀ 3 ਸ਼ਰਤਾਂ ਨੇ ਤੇ 3 ਸ਼ਰਤਾਂ ਪੂਰੀਆਂ ਹੋਣ ਤੇ ਹੀ ਤਬਾਦਲਾ ਹੋਊਗਾ, ਨਹੀਂ ਤਾਂ ਨਹੀਂ ਹੋਊਗਾ। ਅਸਲ ਵਿੱਚ ਕੀ ਹੋਇਆ ਵਿਜੇ ਜੀ, ਮੈਂ ਉੱਥੇ ਬਿਕੋਜ਼ ਅਸੀਂ ਕਈ ਸਾਲਾਂ ਤੋਂ ਮੈਂ ਪਿੰਡ ਜਾਣਾ ਤੇ ਉੱਥੇ ਖੱਬੇ ਹੱਥ ਸਾਡੇ ਉਹ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀਆਂ ਨਹੀਂ। ਇਹ ਜਿਹੜੀ ਯੂਨੀਵਰਸਿਟੀ ਬਣੀ ਹੋਈ ਹੈ ਇਹ 2005, 6, 7 ਦੀ ਬਣੀ ਹੋਈ ਹੈ। ਜਿਹੜੇ ਮੈਂ ਆ ਕਾਗਜ਼ ਲਈ ਫਿਰਦਾ ਅੱਜ, ਇਹਦਾ ਜਿਹੜਾ ਰੈਜ਼ੋਲੂਸ਼ਨ ਹੈ ਉਹ ਪਹਿਲੀ ਵਾਰ 2015 ਚ ਆਉਂਦਾ। ਜੇ ਚਹੇੜੂ ਨੇ ਜਿਹੜਾ ਮਤਾ ਪਾਸ ਕੀਤਾ ਤੇ ਜਿਹੜਾ ਤਬਾਦਲਾ ਹੋਇਆ, ਜੇ ਆਪਾਂ 1 ਮਿੰਟ ਲਈ ਮੰਨ ਲਈਏ ਕਿ ਉਹ ਸਹੀ ਹੈ, ਫਿਰ ਵੀ ਉਸ ਤੋਂ 10 ਸਾਲ ਪਹਿਲੇ ਉਹ ਉਸ ਜ਼ਮੀਨ ਤੇ ਕਬਜ਼ਾ ਕਰੀ ਬੈਠੇ ਸੀ। ਯੂਨੀਵਰਸਿਟੀ ਪਹਿਲਾਂ ਹੀ ਬਣ ਗਈ, ਤਬਾਦਲਾ ਬਾਅਦ ਚ ਹੋਇਆ। ਬਿਲਕੁਲ ਤਬਾਦਲੇ ਦੀ ਤਾਂ ਇਹਨਾਂ ਨੇ, ਮੈਨੂੰ ਲੱਗਦਾ ਇਹਨਾਂ ਦੇ ਦਿਮਾਗ 'ਚ ਹੀ ਬਾਅਦ 'ਚ ਆਇਆ ਕਿ ਹੁਣ ਆਪਾਂ ਇਹ ਜ਼ਮੀਨ ਤੇ ਕਬਜ਼ਾ ਤਾਂ ਕਰੀ ਬੈਠੇ ਹਾਂ, ਕਿਸੇ ਤਰ੍ਹਾਂ ਇਹਨੂੰ ਆਪਾਂ ਲੀਗਲੀ ਆਪਣੇ ਉੱਤੇ ਆਪਣੇ ਨਾਮ ਤੇ ਟ੍ਰਾਂਸਫਰ ਕਰਾ ਲਈਏ। ਸੋ 2005, 6, 7 ਵਿੱਚ ਉੱਥੇ ਬਿਲਡਿੰਗਸ ਬਣ ਚੁੱਕੀਆਂ ਸੀ। 2015 ਵਿੱਚ ਤਾਂ ਇਹਨਾਂ ਦਾ 10 ਸਾਲ ਬਾਅਦ ਇਹਨਾਂ ਦਾ ਮਤਾ ਆਉਂਦਾ ਕਿ ਉਹ ਹੁਣ ਆਪਾਂ ਜ਼ਮੀਨ ਤੇ ਟ੍ਰਾਂਸਫਰ ਕਰਾ ਲਈਏ। ਇਹ ਤਾਂ ਸਿਰਫ ਤਬਾਦਲਾ ਇੱਕ ਛੋਟੀ ਜੀ ਮੈਨੂੰ ਲੱਗਦਾ 100 ਕਨਾਲ ਜ਼ਮੀਨ ਦੀ ਮੈਂ ਗੱਲ ਕਰ ਰਿਹਾ। ਇਸ ਤੋਂ ਇਲਾਵਾ ਮੇਰੇ ਕੋਲ ਇਹ ਵੀ ਡਾਕੂਮੈਂਟਸ ਨੇ ਕਿ ਜਿਹੜਾ ਚੇਂਜ ਆਫ ਲੈਂਡ ਯੂਜ਼ ਹੁੰਦਾ, ਜੋ ਇੱਕ ਡਾਕੂਮੈਂਟ ਹੁੰਦਾ, ਆਪਾਂ ਐਗਰੀਕਲਚਰਲ ਲੈਂਡ ਨੂੰ ਕਮਰਸ਼ੀਅਲ ਲੈਂਡ ਵਾਸਤੇ ਜੇ ਯੂਜ਼ ਕਰਨਾ ਸਾਨੂੰ ਸਰਕਾਰ ਤੋਂ ਪਰਮਿਸ਼ਨ ਚਾਹੀਦੀ ਹੈ। ਇਹ ਪਰਮਿਸ਼ਨਾਂ ਇਹਨਾਂ ਨੂੰ ਮਿਲਦੀਆਂ ਸਨ 2018 ਵਿੱਚ। ਬਿਲਡਿੰਗਸ ਤੁਸੀਂ ਆਪ ਜਾਣਦੇ ਹੋਵੋਗੇ, ਕਈ ਸਾਰੇ ਨੌਜਵਾਨ ਐਸੇ ਨੇ ਜਿਹੜੇ 2005, 6, 7 ਦੀਆਂ ਡਿਗਰੀਆਂ ਲੈ ਕੇ ਘੁੰਮਦੇ ਹੋਣਗੇ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋ ਕੇ ਉਹਨਾਂ ਕੋਲ ਡਿਗਰੀਜ਼ ਹੋਣਗੀਆਂ, ਪਰ ਜੇ ਆਪਾਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚੇਂਜ ਆਫ ਲੈਂਡ ਯੂਜ਼ ਦੇਖੀਏ ਤੇ ਉਹ 2018 ਦੇ ਨੇ। ਸੋ ਇਟ ਇਜ਼ ਵੈਰੀ ਕਲੀਅਰ। ਇਹ ਤਾਂ
ਜਿੱਦਣ ਇਹ ਕੋਰਟ ਦੇ ਅੰਦਰ ਇਹ ਸਾਰੀਆਂ ਗੱਲਾਂ ਦੱਸਣ ਦਾ ਮੌਕਾ ਮਿਲਿਆ, ਮੈਨੂੰ ਯਕੀਨ ਹੈ ਕਿ ਕੋਰਟ ਬੜਾ ਸਟ੍ਰਿਕਟ ਵਿਊ ਲਊਗਾ। ਜਿਹੜਾ ਕੰਮ ਧਾਲੀਵਾਲ ਸਾਹਿਬ ਇੱਕ ਦੋ ਮਰਲੇ ਵਾਲੇ ਕਿਸਾਨਾਂ ਨਾਲ ਗਰੀਬਾਂ ਨਾਲ ਕਰ ਰਹੇ ਨੇ, ਜੇ ਤੋਂ ਸੱਚੇ ਇਮਾਨਦਾਰ ਹੁੰਦੇ ਨੇ ਜਾਂ ਉਹਨਾਂ ਕੋਲ ਦਮ ਹੁੰਦਾ ਤੇ ਉੱਤੋਂ ਸ਼ੁਰੂ ਕਰਦੇ ਤੇ ਥੱਲੇ ਨੂੰ ਜਾਂਦੇ। ਇਹਨਾਂ ਨੇ ਥੱਲੋਂ ਸ਼ੁਰੂ ਕਰਕੇ ਉੱਤੇ ਨੂੰ ਜਾਣ ਦਾ ਅਪਰੋਚ ਬਣਾਇਆ। ਨਾਨਕ ਨਗਰੀ ਦੀ ਕਿੰਨੀ ਜ਼ਮੀਨ ਹੈ ਜੋ ਬਦਲੀ ਗਈ ਸੀ LPU ਦੇ ਨਾਲ? ਤਕਰੀਬਨ ਕੁਆਂਟੀਟੀ ਆਫ ਲੈਂਡ ਸੇਮ ਹੈ। ਮੇਰਾ ਖਿਆਲ ਹੈ, ਮੈਂ ਹੁਣ ਆਪਣੀ ਪਟੀਸ਼ਨ ਦੇਖ ਕੇ ਦੱਸ ਸਕਦਾ, 105 ਕਨਾਲ ਕੁਝ ਮਰਲੇ ਜ਼ਮੀਨ ਨਾਨਕ ਨਗਰੀ ਦੀ ਉਹਨਾਂ ਨੂੰ ਦਿੱਤੀ, ਲਵਲੀ ਨੂੰ, ਤੇ 106 ਕਨਾਲ ਕੁਝ ਵਾਪਸ ਹੈ। ਕੁਆਂਟੀਟੀ ਆਫ ਲੈਂਡ ਦਾ ਇਸ਼ੂ ਨਹੀਂ ਹੈ, ਕੁਆਂਟੀਟੀ ਆਫ ਲੈਂਡ ਇਹਨਾਂ ਨੇ ਸੇਮ ਦਿਖਾਤੀ। ਗੱਲ ਹੈ ਕੀਮਤ ਆਫ ਲੈਂਡ, ਪ੍ਰਾਈਸ ਆਫ ਦ ਲੈਂਡ। ਜਦ ਆਪਾਂ, ਮੈਂ ਤੁਹਾਨੂੰ ਸੈਕਸ਼ਨ 5(1) ਪੜ੍ਹਾਤਾ ਕਿ ਤਬਾਦਲਾ ਤਦ ਹੀ ਹੋ ਸਕਦਾ ਹੈ ਕਿ ਜੇ ਪਿੰਡ ਦੇ ਵਾਸੀਆਂ ਦਾ ਫਾਇਦਾ ਹੋ ਰਿਹਾ ਹੋਵੇ। ਅੱਛਾ, ਹੋਰ ਤੁਸੀਂ ਪੁਰਸ਼ੋਤਮ ਦੇ ਸਰਪੰਚ ਦੀ ਗੱਲ ਕੀਤੀ ਹੈ ਕਿ ਲੋਕ ਚਾਹੁੰਦੇ ਨੇ ਵੀ ਕੇਸ ਵਾਪਸ ਹੋ ਜਾਏ, ਜਾਂ ਲੋਕ ਚਾਹੁੰਦੇ ਨੇ ਵੀ ਕੇਸ ਅਸੀਂ ਲੜਨਾ ਵੀ ਸਾਨੂੰ ਸਾਡਾ ਹੱਕ ਦਿੱਤਾ ਜਾਵੇ? ਬਿਲਕੁਲ ਕੋਈ ਵੀ ਨਹੀਂ ਚਾਹੂਗਾ ਜੀ ਕਿ ਉਹਨਾਂ ਕਿਸੇ ਦਾ ਹੱਕ ਤੇ ਇਹਦਾ ਸੱਟ ਮਾਰੀ ਜਾਏ। ਮੇਰੇ ਤੱਕ ਸਰਪੰਚ ਅਧਿਕਾਰਤ ਪੰਚ ਨੇ ਪਹੁੰਚ ਕੀਤੀ ਸੀ ਕਿ ਉਹਨੇ ਮੈਨੂੰ ਵਿਸ਼ਵਾਸ ਦਿਵਾਇਆ ਕਿ ਸਾਰਾ ਪਿੰਡ ਚਾਹੁੰਦਾ ਕਿ ਜਿਹੜੀ ਜ਼ਮੀਨ ਹੈ ਉਹਨਾਂ ਦੇ ਕੋਲ ਰਵੇ। ਬਿਕੋਜ਼ ਦੇਖੋ, ਕੋਈ ਨਾ ਇੱਕ ਹੋ ਸਕਦਾ ਕਿ 3-4 ਬੰਦੇ ਦਬਾਅ ਦੇ ਵਿੱਚ ਆ ਜਾਣ ਜਾਂ ਲਾਲਚ ਵਿੱਚ ਆ ਜਾਣ, ਮੈਜੋਰਿਟੀ ਲੋਕ ਤਾਂ ਆਪਣਾ ਹੱਕ ਅਧਿਕਾਰ ਮੰਗਦੇ। ਤੁਸੀਂ ਸਾਡੀ ਗੱਲਬਾਤ ਸੁਣੀਏ। ਸਾਡੇ ਨਾਲ ਮਹਿਤਾਬ ਖੈਰਾ ਮੌਜੂਦ ਸਨ। LPU ਦੀ ਜ਼ਮੀਨ ਉੱਪਰ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਕਿਹਾ 100 ਕਨਾਲ ਦੇ ਆਸ-ਪਾਸ ਜੋ ਜ਼ਮੀਨ ਤਬਾਦਲਾ ਕੀਤਾ ਗਿਆ ਸੀ, ਪਰ ਤਬਾਦਲਾ 2018 ਵਿੱਚ ਕੀਤਾ ਗਿਆ ਸੀ। ਉਸ ਤੋਂ ਪਹਿਲਾਂ ਉੱਥੇ ਬਿਲਡਿੰਗਾਂ ਬਣ ਚੁੱਕੀਆਂ ਸਨ। ਅੱਛਾ, ਇੱਕ ਹੋਰ ਸਵਾਲ ਹੈ, ਜੇ ਬਿਲਡਿੰਗਾਂ ਬਣ ਚੁੱਕੀਆਂ ਸਨ, ਇਹ ਸਵਾਲ ਤਾਂ ਪੁਰਾਣੀਆਂ ਸਰਕਾਰਾਂ ਨੂੰ ਵੀ ਹੋਣਗੇ ਨਾ, ਕਾਂਗਰਸ ਵੀ ਸੀ, ਅਕਾਲੀ ਦਲ ਵੀ ਸੀ, ਇਹ ਸਵਾਲ ਤਾਂ ਉਹਨਾਂ ਨੂੰ ਵੀ ਹੋਣੇ ਚਾਹੀਦੇ ਨੇ। ਬਿਲਡਿੰਗਾਂ ਖੜੀਆਂ ਹੋ ਗਈਆਂ, ਪਰ 2018 ਦੇ ਵਿੱਚ ਸਰਟੀਫਿਕੇਟ ਮਿਲਦਾ ਪਿਆ। ਬਿਲਕੁਲ, ਔਰ ਸਵਾਲ ਕਰਨਾ ਵੀ ਚਾਹੀਦਾ। ਜੇ ਕਿਸੇ ਪੁਰਾਣੀ ਸਰਕਾਰ ਨੇ ਕੋਈ ਗਲਤੀ ਕੀਤੀ, ਇਹਦਾ ਮਤਲਬ ਇਹ ਤਾਂ ਨਹੀਂ ਕਿ ਆਪਾਂ ਉਹਨੂੰ ਬਰਕਰਾਰ ਰੱਖੀਏ। ਹਰ ਇੱਕ ਸਰਕਾਰ ਨੂੰ ਸਵਾਲ ਪੁੱਛਣਾ ਚਾਹੀਦਾ। ਇਹ ਤਾਂ ਦਿਨ ਦਿਹਾੜੇ ਚੋਰੀ ਹੈ ਜੀ। ਜੇ ਪਿਛਲੀ ਸਰਕਾਰ ਦੇ ਵੇਲੇ ਹੁੰਦੀ ਰਹੀ ਤੇ ਇਹਦਾ ਮਤਲਬ ਇਹ ਤਾਂ ਨਹੀਂ ਕਿ ਹੁਣ ਨਹੀਂ ਕਰਨੀ ਚਾਹੀਦੀ। ਦੂਜੀ ਗੱਲ ਤਾਂ ਜਿੱਦਾਂ ਤੁਸੀਂ ਸ਼ੁਰੂ ਕੀਤੀ ਸੀਗੀ ਕਿ ਧਾਲੀਵਾਲ ਸਾਹਿਬ ਜਿਹੜੇ ਮੰਤਰੀ ਨੇ ਉਹ ਪਿੰਡਾਂ ਵਿੱਚ ਜਾ ਕੇ ਕਬਜ਼ੇ ਛੁਡਾ ਰਹੇ ਨੇ, ਜਿੱਥੇ ਛੁਡਾਉਣੇ ਚਾਹੀਦੇ ਵੀ ਨੇ। ਜੇ ਤਾਂ ਇਹ ਟੌਪ ਡਾਊਨ ਅਪਰੋਚ ਅਪਣਾਉਣ ਕਿ ਜੇ ਅਸੀਂ ਆਪਣਾ ਬੰਦਾ ਟੰਗ ਦਿੱਤਾ, ਜਿੰਨੇ ਵੀ 100 ਕਰੋੜ ਦੀ ਜ਼ਮੀਨ ਹੈ ਅਸੀਂ ਵਾਪਸ ਪੰਜਾਬ ਨੂੰ ਦਵਾ ਦੀ, ਫਿਰ ਇਹ ਪਿੰਡ ਜਾਣ, ਫਿਰ ਇਹਨਾਂ ਦਾ ਪਤਾ ਚੱਲੂਗਾ ਕਿ ਇਹ ਸੀਰੀਅਸ ਨੇ। ਹੁਣ 1-2 ਮਰਲੇ ਵਾਲੇ ਕਿਸਾਨਾਂ ਨੂੰ ਛੱਡ ਰਹੇ ਨੇ। ਹਾਈ ਕੋਰਟ ਬੜਾ ਸਟ੍ਰਿਕਟ ਵਿਊ ਇਹਦੇ ਬਾਰੇ ਲੈ ਵੀ ਚੁੱਕਿਆ। ਕਈ ਥਾਵਾਂ ਤੇ ਸਟੇ ਹੋਈਆਂ, ਜਿੱਥੇ ਸਟੇ ਹੋਈਆਂ ਸੀ ਉੱਤੇ ਕੰਟੈਂਪਟ ਨੋਟਿਸਿਸ ਪੈ ਗਏ ਆ। ਸੋ ਦੇਖੋ, ਸਰਕਾਰ ਜੇ ਕਿਸੇ ਪੁਰਾਣੀ ਨੇ ਕੀਤਾ ਤੇ ਉਹ ਵੀ ਗਲਤ ਸੀ। ਜੇ ਇਹ ਹੁਣ ਅੱਜ ਆਪਾਂ ਨੂੰ ਇਹਦੀ ਅਗਲੀ ਤਰੀਕ 4ਥੇ ਮਹੀਨੇ ਦੀ ਤਰੀਕ ਹੈ, ਮੈਨੂੰ ਪੂਰਾ ਯਕੀਨ ਹੈ ਕਿ ਪੰਜਾਬ ਸਰਕਾਰ ਆ ਕੇ ਇਸ ਐਪਲੀਕੇਸ਼ਨ ਦਾ ਵਿਰੋਧ ਕਰੂਗੀ। ਤੇ ਸਾਰੀ ਗੱਲਬਾਤ ਸੁਣੀਏ। ਹੁਣ ਮੁੱਦਾ ਜੋ ਹੈ ਕੋਰਟ ਵਿੱਚ ਹੈ, ਕੋਰਟ ਨੇ ਫੈਸਲਾ ਕਰਨਾ, ਪਰ ਇਹਨਾਂ ਨੇ ਆਪਦੇ ਕਾਗਜ਼ ਜੋ ਨੇ ਉਹ ਦਿਖਾਤੇ ਨੇ। ਕੁਝ ਕਾਗਜ਼ ਜੋ ਨੇ ਕੋਰਟ ਅੱਗੇ ਰੱਖਣਗੇ, ਦਲੀਲ ਦੇਣਗੇ ਕਿ LPU ਦੀ ਜ਼ਮੀਨ ਜੋ ਕਿ ਨਾਨਕ ਨਗਰੀ ਦੇ ਹਿੱਸੇ ਵਿੱਚ ਆਉਂਦੀ ਸੀ, ਤਬਾਦਲਾ ਕੀਤਾ ਗਿਆ ਸੀ, ਉਸ ਦੇ ਪੈਸਿਆਂ ਨੂੰ ਲੈ ਕੇ ਉਹ ਲੈਂਡ ਓਨੀ ਨਹੀਂ ਦਿਖਾਏਗੀ।